ਹੈਲੋ ਡੀਅਰ ਸਟੂਡੈਂਟਸ, ਅੱਜ ਆਪਣਾ ਅਗਲਾ ਵਿਸ਼ਾ ਹੈ ਰੂਪ ਵਿਧਾਨ ਅਤੇ ਇਤਿਹਾਸ ਦਾ ਦੂਜਾ ਬਿੰਦੂ ਰਸ। ਪਹਿਲਾਂ ਆਪਾਂ ਕੀਤਾ ਸੀ ਸਾਹਿਤ ਦੇ ਰੂਪ। ਸਾਹਿਤ ਦੇ ਰੂਪ 7 ਸਨ, ਉਹ ਆਪਣੇ ਪੂਰੇ ਹੋ ਗਏ। ਹੁਣ ਆਪਾਂ ਨਵਾਂ ਬਿੰਦੂ ਸ਼ੁਰੂ ਕਰਾਂਗੇ ਆਪਣਾ ਰਸ। ਸ਼ੁਰੂ ਕਰਦੇ ਹਾਂ ਰਸ। ਪਹਿਲਾ ਪ੍ਰਸ਼ਨ ਬਣਦਾ ਹੈ ਜੀ, ਰਸ ਕੀ ਹੁੰਦੇ ਹਨ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਇਹਨਾਂ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ। ਸ਼ੁਰੂ ਕਰਦੇ ਹਾਂ। ਪਹਿਲਾ ਅਰਥ। ਰਸ ਸ਼ਬਦ ਦੀ ਵਰਤੋਂ ਭਾਰਤ ਵਿੱਚ ਬਹੁਤ ਚਿਰ ਪੁਰਾਣੀ ਹੈ। ਇਸ ਦੀ ਸਥਾਪਨਾ ਭਾਰਤ ਦੇ ਆਲੋਚਕ ਆਚਾਰਿਆ ਭਰਤ ਮੁਨੀ ਨੇ ਕੀਤੀ ਸੀ। ਜਿਹੜੀ ਰਸ ਦੀ ਸਥਾਪਨਾ ਕਰਨ ਦੇ ਸਿਰ ਮੋਰੀ ਕੌਣ ਹਨ? ਭਰਤ ਮੁਨੀ, ਆਚਾਰਿਆ ਭਰਤ ਮੁਨੀ ਹਨ। ਉਹਨਾਂ ਨੇ ਰਸ ਨੂੰ ਕਾਵਿ ਦੀ ਆਤਮਾ ਕਿਹਾ ਹੈ। ਆਚਾਰਿਆ ਭਰਤ ਮੁਨੀ ਨੇ ਰਸ ਨੂੰ ਕਾਵਿ ਦੀ ਆਤਮਾ ਕਿਹਾ ਹੈ। ਭਰਤ ਮੁਨੀ ਅਨੁਸਾਰ ਕਾਵਿ ਰਸ ਕਵਿਤਾ ਦੀ ਜਿੰਦ ਜਾਨ ਹੈ। ਵੀ ਜਿਹੜਾ ਰਸ ਹੈ ਉਹ ਕਵਿਤਾ ਦੀ ਜਿੰਦ ਜਾਨ ਹੈ ਤੇ ਰੂਹ ਪ੍ਰਾਣ ਹੈ। ਇਸ ਤੋਂ ਬਿਨਾਂ ਕਵਿਤਾ ਨਹੀਂ ਅਖਵਾ ਸਕਦੀ। ਕਵਿਤਾ ਰਸ ਦੇ ਬਿਨਾਂ ਕਵਿਤਾ ਨਹੀਂ ਅਖਵਾ ਸਕਦੀ। ਪਹਿਲਾ ਹੈ ਆਪਣਾ ਸ਼ਿੰਗਾਰ ਰਸ, ਬੀਰ ਰਸ, ਫਿਰ ਕਰੁਣਾ ਰਸ, ਰੁਦਰ ਰਸ, ਅਦਭੁਤ ਰਸ, ਬਿਭਤਸ ਰਸ, ਭਿਆਨਕ ਰਸ, ਹਾਸ ਰਸ, ਸ਼ਾਂਤ ਰਸ। ਇਹ ਸੀ ਆਪਣੇ ਕੁੱਲ 9 ਰਸ। 9 ਰਸਾਂ ਦੇ ਵਿੱਚੋਂ ਆਪਾਂ ਪਹਿਲਾ ਰਸ ਸ਼ੁਰੂ ਕਰਾਂਗੇ, ਸ਼ਿੰਗਾਰ ਰਸ। ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਗੱਲ ਸਪਸ਼ਟ ਹੋ ਗਈ ਹੋਊਗੀ ਵੀ ਰਸ ਕਿਹਨੂੰ ਕਹਿੰਦੇ ਆ। ਇੱਕ ਵਾਰ ਫਿਰ ਮੈਂ ਥੋੜ੍ਹਾ ਜਿਹਾ ਇਸ ਗੱਲ 'ਤੇ ਚਾਨਣਾ ਪਾ ਦਿਆਂ ਵੀ ਰਸ ਕਿਹਨੂੰ ਕਿਹਾ। ਰਸ ਜਿਹੜਾ ਕਵਿਤਾ ਦੀ ਜਿੰਦ ਜਾਨ ਹੈ, ਰਸ ਕਵਿਤਾ ਦੀ ਰੂਹ ਪ੍ਰਾਣ ਹੈ। ਰਸ ਦੇ ਬਿਨਾਂ ਕਵਿਤਾ ਨਹੀਂ ਅਖਵਾ ਸਕਦੀ। ਇਹ ਜ਼ਰੂਰੀ ਹਨ। ਭਾਵ ਉਹਦੇ ਵਿੱਚ ਸ਼ਿੰਗਾਰ ਹੈ, ਖੁਸ਼ੀ ਹੈ, ਗਮੀ ਹੈ, ਦੁੱਖ ਹੈ, ਕ੍ਰੋਧ ਹੈ, ਭਿਆਨਕ ਹੈ, ਡਰਾਉਣਾ, ਕਿਸ ਤਰ੍ਹਾਂ ਦੇ ਦ੍ਰਿਸ਼ ਹੈ, ਇਹ ਸਾਰੀ ਚੀਜ਼ਾਂ ਕੀ ਹੁੰਦੀਆਂ ਹਨ? ਰਸ ਹੁੰਦੇ ਹਨ। ਪਹਿਲਾ ਆਪਣਾ ਹੈ ਸ਼ਿੰਗਾਰ। ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ। ਭਰਤ ਮੁਨੀ ਦਾ ਵਿਚਾਰ ਹੈ, ਸੰਸਾਰ ਵਿੱਚ ਜੋ ਕੁਝ ਵੀ ਪਵਿੱਤਰ ਭਰਤ ਮੁਨੀ ਦਾ ਵਿਚਾਰ ਹੈ ਕਿ ਸੰਸਾਰ ਵਿੱਚ ਜੋ ਕੁਝ ਵੀ ਪਵਿੱਤਰ ਹੈ, ਉਜਲਾ ਹੈ, ਦਰਸ਼ਨੀ ਹੈ, ਉਸ ਨੂੰ ਸ਼ਿੰਗਾਰ ਰਸ ਦੇ ਅਧੀਨ ਰੱਖਿਆ ਜਾ ਸਕਦਾ ਹੈ। ਇਸ ਸੰਸਾਰ ਦੇ ਵਿੱਚ ਜਿਹੜੀ ਵੀ ਪਵਿੱਤਰ ਚੀਜ਼ ਹੈ, ਜਿਹੜੀ ਵੀ ਉਜਲਾ ਭਾਵ ਉਜਲ ਹੈ, ਦਰਸ਼ਨੀ ਜਿਹਨੂੰ ਆਪਣੇ ਦੇਖਣ ਯੋਗ ਹੈ, ਇਹ ਸਾਰੀਆਂ ਜਿੰਨੀਆਂ ਵੀ ਆਪਣੀਆਂ ਜਿਨ੍ਹਾਂ ਨੂੰ ਵੀ ਆਪਾਂ ਦੇਖਦੇ ਹਾਂ, ਮਹਿਸੂਸ ਕਰਦੇ ਹਾਂ, ਇਹ ਸਾਰੀਆਂ ਸ਼ਿੰਗਾਰ ਰਸ ਦੇ ਅਧੀਨ ਆਉਂਦੀਆਂ ਹਨ। ਪਵਿੱਤਰ, ਉਜਾਲਾ ਅਤੇ ਦਰਸ਼ਨੀ, ਇਹ ਤਿੰਨੋਂ ਚੀਜ਼ਾਂ ਸ਼ਿੰਗਾਰ ਰਸ ਦੇ ਅਧੀਨ ਰੱਖਿਆ ਜਾ ਸਕਦਾ ਹੈ। ਉਸ ਤੋਂ ਬਾਅਦ ਹੈ ਪ੍ਰਤੀਕਿਰਿਆਵਾਦੀ ਨੇ ਵੀ ਸ਼ਿੰਗਾਰ ਰਸ ਨੂੰ ਆਦਿ ਰਸ ਮੰਨਿਆ ਹੈ। ਪ੍ਰਕਿਰਤੀਵਾਦੀ ਨੇ ਸ਼ਿੰਗਾਰ ਰਸ ਨੂੰ ਵੀ ਆਦਿ ਰਸ ਮੰਨਿਆ ਹੈ। ਸ਼ਿੰਗਾਰ ਰਸ ਦਾ ਸਥਾਈ ਭਾਵ ਹੈ ਜੀ ਪਿਆਰ। ਪ੍ਰੇਮੀ ਨਾਇਕ ਤੇ ਨਾਇਕਾ ਵੱਲੋਂ ਮਿਲਣ ਦੀ ਖੁਸ਼ੀ, ਵਿਛੋੜੇ ਦੀ ਚੀਸ, ਬਿਰਹੋਂ ਦੀ ਕਸਕ ਜਾਂ ਬਸਲ ਜਿਹਨੂੰ ਆਪਾਂ ਮਿਲਾਪ ਕਹਿੰਦੇ ਹਾਂ, ਦੀ ਇੱਛਾ ਆਦਿ ਜੋ ਕੁਝ ਵੀ ਜ਼ਿੰਦਗੀ ਰਸੀਲਾ ਬਣਾਉਂਦੀ ਹੈ, ਵੀ ਜ਼ਿੰਦਗੀ ਦੇ ਵਿੱਚ ਜੋ ਵੀ ਰਸੀਲਾ ਬਣਾਉਂਦਾ ਹੈ, ਉਹ ਸਾਰਾ ਕੁਝ ਸ਼ਿੰਗਾਰ ਰਸ ਵਿੱਚ ਸਮਾਇਆ ਹੋਇਆ ਪਿਆ ਹੈ। ਜੋ ਕੁਝ ਵੀ ਜ਼ਿੰਦਗੀ ਰਸੀਲਾ ਬਣਾਉਂਦਾ ਹੈ, ਉਹ ਸਾਰਾ ਕੁਝ ਸ਼ਿੰਗਾਰ ਰਸ ਵਿੱਚ ਸਮਾਇਆ ਹੋਇਆ ਪਿਆ ਹੈ। ਸ਼ਿੰਗਾਰ ਰਸ ਦੇ 2 ਪ੍ਰਕਾਰ ਹਨ। ਪਹਿਲਾ
ਸੰਜੋਗ ਤੇ ਦੂਜਾ ਹੈ ਵਿਜੋਗ। ਸੰਜੋਗ ਮਿਲਾਪ, ਵਿਜੋਗ ਵਿਛੋੜਾ। ਸੰਜੋਗ ਸ਼ਿੰਗਾਰ ਰਸ ਵਿੱਚ ਪ੍ਰੇਮੀ ਦੇ ਮਿਲਾਪ ਦਾ ਚਾਅ ਅਤੇ ਵਿਯੋਗ ਸ਼ਿੰਗਾਰ ਰਸ ਵਿੱਚ ਪ੍ਰੇਮੀ ਦੇ ਵਿਛੜਨ ਦਾ ਦੁੱਖ ਹੁੰਦਾ ਹੈ। ਸ਼ਿੰਗਾਰ ਰਸ ਦੇ ਸੰਜੋਗ ਦਾ ਉਦਾਹਰਣ ਹੈ। ਪਹਿਲਾ ਉਦਾਹਰਨ ਹੈ, ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ, ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੇ। ਉਪਰੋਕਤ ਕਾਵਿ ਟੋਟੇ ਵਿੱਚ ਪ੍ਰੇਮੀ ਦੇ ਆਉਣ ਦੀ ਖੁਸ਼ੀ ਹੈ, ਇਸ ਲਈ ਇਹ ਸੰਜੋਗ ਸ਼ਿੰਗਾਰ ਰਸ ਦਾ ਉਦਾਹਰਣ ਹੈ। ਦੂਜਾ ਹੈ ਵਿਜੋਗ ਰਸ ਦਾ ਵਿੱਚ ਵਿਛੋੜੇ ਤੇ ਗਮ ਪ੍ਰਧਾਨ ਹੁੰਦਾ ਹੈ। ਸੰਜੋਗ ਦੇ ਵਿੱਚ ਖੁਸ਼ੀ, ਮਿਲਾਪ ਤੇ ਵਿਯੋਗ ਦੇ ਵਿੱਚ ਵਿਛੋੜਾ ਹੋ ਸਕਦਾ ਹੈ, ਗਮ ਹੋ ਸਕਦਾ ਹੈ ਤੇ ਉਸ ਦੀ ਯਾਦ ਵਿੱਚ ਨੀਂਦ ਨਹੀਂ ਆਉਂਦੀ, ਜਿਵੇਂ ਹਿਜਰ ਕਹਿ ਲਓ, ਜਾਂ ਵਿਛੋੜੇ ਦਾ ਉਦਾਹਰਣ ਇਸ ਤਰ੍ਹਾਂ ਹੈ। ਰਾਤੀ ਨੀਂਦ ਆਰਾਮ ਨ ਆਵੇ, ਦਿਨ ਰਹੇ ਨਿਤ ਨਾਹੀਂ, ਹਾਸ਼ਮ ਜਾਨ ਛਡਾਵਤ ਮੁਸ਼ਕਲ, ਬੁਰੀ ਇਸ਼ਕ ਦੀ ਫਾਹੀ। ਆਹੀਂ ਮਾਰ ਤੇ ਗਮ ਖਾਵੇ, ਪੀਵੇ ਖੂਨ ਜਿਗਰ ਦਾ, ਰੋ ਪੀੜ ਕਰੇ ਕਾਇਲ, ਜ਼ਖਮੀ ਵਸਲ ਹਿਜਰ ਦਾ। ਇਹ ਸੀ ਆਪਣਾ ਉਦਾਹਰਨ ਵਿਯੋਗ ਦਾ, ਵਿਛੋੜੇ ਦਾ। ਇਹ ਸੀ ਆਪਣਾ ਪਹਿਲਾ ਸ਼ਿੰਗਾਰ ਰਸ, ਜਿਹਨੂੰ ਸਾਰਿਆਂ ਰਸਾਂ ਦਾ ਰਾਜਾ ਮੰਨਿਆ ਗਿਆ ਹੈ। ਇਹ ਸਾਰਿਆਂ ਰਾਜਿਆਂ ਦਾ ਰਾਜਾ ਹੈ, ਜਿੰਨੇ ਵੀ ਰਸ ਹੈ ਉਹਨਾਂ ਦਾ ਇਹ ਰਾਜਾ ਹੈ। ਤਾਂ ਸਾਰਿਆਂ ਨਾਲੋਂ ਪਹਿਲਾਂ ਆਪਣਾ ਰਸ ਸੀਗਾ ਸ਼ਿੰਗਾਰ ਰਸ। ਹੁਣ ਆਪਾਂ ਕਰਾਂਗੇ ਦੂਜਾ ਹਾਸ ਰਸ। ਹਾਸ ਰਸ ਦਾ ਸਥਾਈ ਭਾਵ ਹਾਸਾ, ਹੱਸਣਾ, ਜਿਹਨੂੰ ਆਪਾਂ ਕਹਿੰਦੇ ਹੱਸਦੇ ਹਾਂ। ਹਾਸਾ ਵੀ ਕਈ ਤਰ੍ਹਾਂ ਦਾ ਹੁੰਦਾ ਹੈ। ਇੱਕ ਹਾਸਾ ਸਾਡਾ ਜੀਅ ਦੁਖਾਵੇ, ਇੱਕ ਹਾਸਾ ਸਾਡਾ ਮਨ ਪਰਚਾਵੇ, ਇੱਕ ਹਾਸਾ ਸਾਡਾ ਤਣਾਅ ਘਟਾਵੇ, ਇੱਕ ਹਾਸਾ ਸਾਨੂੰ ਚੋਭ ਲਗਾਵੇ, ਇੱਕ ਉਹ ਵੀ ਹਾਸਾ ਜੋ ਸਮਾਜਿਕ ਬੁਰਾਈਆਂ ਨੂੰ ਨਸ਼ਤਰਾਂ ਲਾਵੇ। ਹੁਣ ਇਹ ਦੇਖੋ ਹਾਸਾ ਦੱਸਿਆ, ਸਾਰੇ ਹਾਸੇ ਹੀ ਹੈ, ਪਰ ਹਾਸੇ ਦਾ ਆਪਣਾ ਆਪਣਾ ਅੱਡ ਇੱਕ ਲਹਿਜਾ ਹੈ। ਉਹ ਆਪਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ, ਅੱਡ ਅੱਡ ਉਹਦੇ ਪੱਖ ਹੈ। ਪਰ ਕਵੀ ਤੇ ਕਲਾਕਾਰ ਦਾ ਹਾਸਾ ਉਸਾਰੂ ਹੁੰਦਾ ਹੈ। ਮਨੁੱਖੀ ਜੀਵਨ, ਅਨਮੋਲ ਗੱਲਾਂ, ਅਨਮੋਲ ਘਟਨਾਵਾਂ ਅਤੇ ਹੋਰ ਅਨਮੋਲ ਤੇ ਇਹ ਜੋੜ ਹਰਕਤਾਂ ਦਾ ਹਸਾਉਣ ਵਾਲਾ ਮਸਾਲਾ ਇਕੱਠਾ ਕਰਕੇ ਕਲਾਕਾਰ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦੀ ਲੋਚਾ ਰੱਖਦਾ ਹੈ। ਇਹ ਸਾਹਿਤਕ ਹਾਸਾ ਹੈ। ਸਾਹਿਤਕ ਹਾਸਾ ਕਾਟ ਵੀ ਕਰਦਾ ਹੈ ਤੇ ਪੀੜ ਵੀ ਨਹੀਂ ਹੋਣ ਦਿੰਦਾ। ਪੰਜਾਬੀ ਸਾਹਿਤ ਵਿੱਚ ਬੁੱਲ੍ਹੇ ਸ਼ਾਹ ਦੇ ਹਾਸ ਰਸ ਰਾਹੀਂ ਕਵੀ ਮਸ਼ਹੂਰ ਹਨ। ਸੁਧਰੇ ਤੇ ਸਿੱਧੇ ਸਾਦੇ ਬੋਲ, ਜਿਵੇਂ ਮਿਨਾ ਮਿਨਾ ਹਾਸਾ ਛੱਡਦੇ ਹਨ। ਤੇ ਇਹ ਸੁਧਰੇ ਤੇ ਸਿੱਧੇ ਸਾਦੇ ਬੋਲ ਕਿਵੇਂ ਮਿਨਾ ਹਾਸਾ ਛੱਡਦੇ ਹਨ। ਨਿੱਕੇ ਹੁੰਦੇ ਡੱਗੇ ਚਾਰੇ, ਵੱਡੇ ਹੋਏ ਹਲ ਵਾਇਆ, ਬੁੱਢੇ ਹੋਏ ਮਾਲ ਫੇਰਿਆ, ਰੱਬ ਦਾ ਉਲਾਂਭਾ ਲਾਇਆ। ਅਗਲਾ ਹੈ ਜੀ ਆਪਣਾ ਕਰੁਣਾ ਰਸ। ਦੋ ਰਸ ਹੋ ਗਏ ਹਨ। ਪਹਿਲਾ ਸੀ ਸ਼ਿੰਗਾਰ ਰਸ, ਦੂਜਾ ਸੀ ਹਾਸ ਰਸ, ਜਿਸ ਨੂੰ ਹਾਸੇ 'ਤੇ ਦੱਸਿਆ ਜਾਂਦਾ ਹੈ। ਹਾਸਾ ਕਈ ਤਰ੍ਹਾਂ ਦਾ ਦੱਸਿਆ ਗਿਆ। ਹਾਸਾ ਆਪਣਾ ਜੀਅ ਦੁਖਾਵਾ ਵੀ ਹੁੰਦਾ ਹੈ, ਹਾਸਾ ਮਨ ਪਰਚਾਵਾ ਵੀ ਹੁੰਦਾ ਹੈ, ਹਾਸਾ ਤਣਾਅ ਘਟਾਉਣ ਵਾਲਾ ਵੀ ਹੁੰਦਾ ਹੈ, ਹਾਸਾ ਸਾਨੂੰ ਚੁੱਭਦਾ ਵੀ ਹੈ। ਉਹ ਆਪਣਾ ਇੱਕ ਖਿਆਲ ਹੈ, ਸੋਚ ਹੈ ਵੀ ਉਹ ਕਿਸ ਆਧਾਰ 'ਤੇ ਹੈ। ਆਪਾਂ ਨੂੰ ਉਸ
ਅਨੁਸਾਰ ਅਨੁਭਵ ਹੁੰਦਾ ਹੈ। ਸ਼ਿੰਗਾਰਾਂ ਦੀ ਅਗਲੀ ਲੜੀ ਦੇ ਵਿੱਚ ਆਪਾਂ ਰਸ ਦੇ ਵਿੱਚ ਅਗਲਾ ਰਸ ਕਰਾਂਗੇ ਕਰੁਣਾ ਰਸ। ਕਰੁਣਾ ਰਸ ਦਾ ਸਥਾਈ ਭਾਵ ਹੈ ਜੀ ਸ਼ੋਕ। ਕਰੁਣਾ ਰਸ ਦਾ ਸਥਾਈ ਭਾਵ ਹੈ ਜੀ ਸ਼ੋਕ। ਕਰੁਣਾ ਰਸ ਦਾ ਅਨੁਭਵ ਬਹੁਤ ਤੀਬਰ ਹੁੰਦਾ ਹੈ, ਕਿਉਂਕਿ ਇਸ ਵਿੱਚ ਹਮਦਰਦੀ ਅਤੇ ਸੰਵੇਦਨਾ ਬਹੁਤ ਡੂੰਘੀ ਹੁੰਦੀ ਹੈ। ਹਮਦਰਦੀ ਸਭ ਤੋਂ ਵੱਧ ਕੌਸ਼ਲ ਭਾਵ ਹੈ, ਵੀ ਜਿਹੜੀ ਹਮਦਰਦੀ ਹੈ ਇਹ ਸਭ ਤੋਂ ਵੱਧ ਕੌਸ਼ਲ ਭਾਵ ਹੈ। ਮਨੁੱਖ ਆਪਣੇ ਪ੍ਰਿਯਜਨ ਦੇ ਸ਼ੌਂਕ ਵਿੱਚ ਜਿੰਨਾ ਪਿਘਲ ਜਾਂਦਾ ਹੈ ਕਿ ਕੁੱਲ ਦੁਨੀਆ ਦੇ ਦਰਦ ਵਿੱਚ ਉਸਦਾ ਰੋਮ ਰੋਮ ਪੀੜਿਤ ਹੋ ਉੱਠਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਥਨ ਸੀ, ਜੋ ਕਿ ਕਰੁਣਾ ਭਾਵ ਵਿੱਚ ਤਸੀਜ ਕੇ ਇਹ ਰੱਬ ਨੂੰ ਉਲਾਂਭਾ ਦਿੱਤਾ ਤੇ ਕਿਹਾ, ਏਤੀ ਮਾਰ ਪਏ ਕੁਰਲਾਏ ਤੇ ਕੀ ਦਰਦ ਨ ਆਇਆ। ਕਰੁਣਾਤਾਰ ਗੁਰੂ ਜੀ ਦੀ ਇਸ ਪੰਕਤੀ ਵਿੱਚ ਤਰਸ ਤੇ ਕਰੁਣਾ ਦੀ ਭਾਵਨਾ ਠਾਠਾਂ ਮਾਰ ਰਹੀ ਹੈ। ਦੂਜਾ ਹੈ, ਅੰਗਰੇਜ਼ਾਂ ਹੱਥੋਂ ਸਿੱਖਾਂ ਦੀ ਹਾਰ ਵੇਖ ਕੇ ਸ਼ਾਹ ਮੁਹੰਮਦ ਦਰਦ ਤੇ ਕਰੁਣਾ ਵਿੱਚ ਇਉਂ ਕੁਰਲਾ ਉੱਠਦਾ ਹੈ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦ ਇੱਕ ਸਰਕਾਰ ਬਾਝੋਂ ਜਿੱਤ ਕੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਸੀ ਆਪਣਾ ਕਰੁਣਾ ਰਸ। ਪਹਿਲਾ ਸੀ ਸ਼ਿੰਗਾਰ ਰਸ, ਦੂਜਾ ਸੀ ਹਾਸ ਰਸ, ਤੀਜਾ ਸੀ ਕਰੁਣਾ ਰਸ। ਸ਼ਿੰਗਾਰ ਸਾਰਿਆਂ ਰਸਾਂ ਦਾ ਰਾਜਾ ਹੈ। ਹਾਸੇ ਨਾਲ ਸੰਬੰਧਿਤ, ਹਾਸਾ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਆਪਾਂ ਨੂੰ ਅਨੁਭਵ ਹੁੰਦਾ ਹੈ। ਕਰੁਣਾ ਇਹਦੇ ਵਿੱਚ ਦੁੱਖ ਜਾਂ ਕਰੁਣਾ ਆਪਾਂ ਜਿਹੜਾ ਅਨੁਭਵ ਕਰਦੇ ਹਾਂ ਇਹ ਤਿੱਬਰ ਕੇ ਸਾਹਮਣੇ ਆਉਂਦਾ ਹੈ। ਅਗਲਾ ਹੈ ਜੀ ਰੁਦਰ। ਰੁਦਰ ਰਸ ਦਾ ਸਥਾਈ ਭਾਵ ਹੈ ਕ੍ਰੋਧ। ਰੁਦਰ ਰਸ ਦਾ ਸਥਾਈ ਭਾਵ ਹੈ ਕ੍ਰੋਧ, ਜਿੱਥੇ ਵਿਰੋਧੀਆਂ ਵੱਲੋਂ ਬੇਇੱਜ਼ਤੀ ਅਤੇ ਨਿਰਾਦਰੀ ਕੀਤੀ ਜਾਂਦੀ ਹੈ ਜਾਂ ਦੇਸ਼ ਤੇ ਧਰਮ ਦਾ ਅਪਮਾਨ ਕੀਤਾ ਹੈ, ਉੱਥੇ ਰੁਦਰ ਰਸ ਦਾ ਪ੍ਰਗਟਾ ਹੁੰਦਾ ਹੈ। ਜਿੱਥੇ ਕਵਿਤਾ ਜਾਂ ਨਾਟਕ ਦੇ ਦ੍ਰਿਸ਼ਾਂ ਵਿੱਚ ਅੰਗਾਂ ਦਾ ਲਹੂ ਲੁਹਾਨ ਹੋਣਾ ਚਿਤਰਿਆ ਜਾਂਦਾ ਹੈ ਅਤੇ ਮਾਰੋ ਕੱਟੋ ਵੱਢੋ ਦੇ ਲਲਕਾਰੇ ਲਾਏ ਜਾਂਦੇ ਹਨ, ਅਤੇ ਜਿੱਥੇ ਮੌਤ ਨੰਗਾ ਨਾਚ ਨੱਚਦੀ ਹੈ, ਉੱਥੇ ਰੁਦਰ ਰਸ ਪੂਰੇ ਜ਼ੋਰ ਸ਼ੋਰ 'ਤੇ ਹੁੰਦਾ ਹੈ ਰੁਦਰ ਰਸ ਦੇ ਸਥਾਈ ਭਾਵ ਕ੍ਰੋਧ ਵਿੱਚ ਆਦਮੀ ਦਾ ਵਿਵੇਕ ਸੁੰਨ ਹੋ ਜਾਂਦਾ ਹੈ ਅਤੇ ਉਹ ਹਰ ਤਰ੍ਹਾਂ ਦੇ ਜਾਇਜ਼ ਨਾਜਾਇਜ਼ ਕੰਮ ਕਰਨ ਖਾਤਰ ਮੌਤ ਨਾਲ ਖੇਡਦਾ ਹੈ। ਇੱਕ ਕਵੀ ਜਾਂ ਨਾਟਕਕਾਰ ਮੌਕੇ ਮੁਤਾਬਿਕ ਆਪਣੇ ਪਾਤਰਾਂ ਦੇ ਕ੍ਰੋਧ ਭਾਵ ਨੂੰ ਇਸ ਤਰ੍ਹਾਂ ਚਿਤਰਿਤ ਕਰਦਾ ਹੈ ਕਿ ਸਾਰਾ ਵਾਤਾਵਰਨ ਰੁਦਰਮਈ ਹੋ ਜਾਂਦਾ ਹੈ ਅਤੇ ਪਾਠਕ ਜਾਂ ਦਰਸ਼ਕ ਰੁਦਰ ਰਸ ਨੂੰ ਮਾਣਦੇ ਹਨ। ਜਿਵੇਂ ਘਿਨ ਚੁਪੇੜ ਮੂੰਹ ਉੱਤੇ ਮਾਉ ਲੈ ਧੀਆਂ ਨੂੰ ਲਾਈ, ਕੂੰਜ ਕੁਮਾਰੀ
ਮੂੰਹ ਨਾ ਬੋਲੀ ਤੁਧ ਕਿਉਂ ਲੱਜਾ ਲਾਹੀ। ਦੂਜਾ ਹੈ ਫੌਜਾਂ ਦੋਹਾਂ ਮੁਕਾਬਲਾ ਜਿਉਂ ਬਰਸਣ ਆਈਆਂ, ਬੰਦੂਕਾਂ ਦੀਆਂ ਗੋਲੀਆਂ ਕਹਿ ਪਵਨ ਵਸਾਈਆਂ, ਗੱਜਣ ਤੋਪਾਂ ਡਾਇਣੀ ਜਿਉਂ ਘਣੀਆਂ ਰਕਾਈਆਂ, ਧੂੰ ਮਿਹਾਣੋਂ ਕੱਢੀਆਂ ਰਣ ਵਿੱਚ ਚਲਾਈਆਂ। ਇਹ ਸੀ ਆਪਣਾ ਰੁਦਰ ਰਸ। ਪੰਜਵਾਂ ਹੈ ਵੀਰ ਰਸ। ਵੀਰ ਰਸ ਪੰਜਵਾਂ ਹੈ ਆਪਣਾ ਵੀਰ ਰਸ, ਜਿੱਥੇ ਜੰਗਾਂ ਯੁੱਧਾਂ ਦੇ ਵਿੱਚ ਵੀਰਤਾ, ਸੂਰਮਗਤੀ, ਬਹਾਦਰੀ ਦਿਖਾਉਣ ਦਾ ਜਿਹੜਾ ਚਾਅ ਅਤੇ ਉਤਸ਼ਾਹ ਹੁੰਦਾ ਹੈ, ਉੱਥੇ ਵੀਰ ਰਸ ਦਾ ਅਹਿਸਾਸ ਹੁੰਦਾ ਹੈ। ਆਚਾਰਿਆ ਮੰਮਟ ਨੇ ਲਿਖਿਆ ਹੈ ਕਿ ਕਿਸੇ ਮਹਾਨ ਕਾਰਜ ਨੂੰ ਤੋੜ ਜਾਂ ਅੰਤ ਤੱਕ ਨਿਭਾਉਣ ਵਾਸਤੇ ਦਿਲਾਂ ਵਿੱਚ ਜਿਹੜੀ ਇੱਕ ਖਾਸ ਕਿਸਮ ਦੀ ਹੌਸਲਾ ਭਰਪੂਰ ਕਿਰਿਆ ਹੁੰਦੀ ਹੈ, ਉਹ ਹੀ ਉਤਸ਼ਾਹ ਹੈ। ਇਹ ਉਤਸ਼ਾਹ ਭਾਵ ਰਣ ਭੂਮੀ ਵਿੱਚ ਅਤੇ ਉਸ ਤੋਂ ਧਰਮ ਦੀ ਰੱਖਿਆ ਲਈ ਅਤੇ ਗਰੀਬਾਂ ਤੇ ਦੀਨਹੀਨ ਲੋਕਾਂ ਨੂੰ ਦਾਨ ਦੇਣ ਲਈ ਵੀ ਹੋ ਸਕਦੀ ਹੈ। ਉੱਥੇ ਵੀ ਵੀਰ ਰਸ ਝਲਕਦਾ ਹੈ, ਪਰ ਅਜਿਹੀ ਸਥਿਤੀ ਵਿੱਚ ਵੀਰ ਰਸ ਦੀਆਂ ਧਰਮਵੀਰ ਤੇ ਦਾਨਵੀਰ ਦੋ ਕਿਸਮਾਂ ਮੰਨੀਆਂ ਜਾਂਦੀਆਂ ਹਨ। ਇਹਨਾਂ ਸਾਰੀਆਂ ਕਿਸਮਾਂ ਦਾ ਸਥਾਈ ਭਾਵ ਉਤਸ਼ਾਹ ਹੀ ਹੈ। ਇਸ ਲਈ ਵੀਰ, ਧਰਮਵੀਰ, ਦਾਨਵੀਰ ਤੇ ਦਇਆਵੀਰ ਕਿਸਮਾਂ ਮੰਨੀਆਂ ਜਾਂਦੀਆਂ ਹਨ। ਪੰਜਾਬੀ ਦੇ ਵਾਰ ਸਾਹਿਤ ਵਿੱਚ ਵੀਰ ਰਸ ਦੀਆਂ ਢੇਰ ਵੰਨਗੀਆਂ ਤੇ ਉਦਾਹਰਣ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਚੰਡੀ ਦੀ ਵਾਰ ਵੀਰ ਰਸ ਦਾ ਉੱਤਮ ਨਮੂਨਾ ਹੈ। ਸ਼ਾਹ ਮੁਹੰਮਦ ਦੇ ਜੰਗਨਾਮੇ, ਜੰਗ ਸਿੰਘਾਂ ਤੇ ਫਿਰੰਗੀਆਂ ਵਿੱਚੋਂ ਵੀਰ ਰਸ ਤੋਂ ਤੇ ਕਈ ਬੰਦ ਹਨ, ਜਿਵੇਂ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂ ਲਹੂ ਨਿਚੋੜ ਸੁੱਟੇ, ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ, ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ, ਜਿਵੇਂ ਬੇਲਿਓਂ ਨਿਕਲੇ ਸ਼ੇਰ ਮੀਆਂ। ਇਹ ਸੀ ਆਪਣਾ ਵੀਰ ਰਸ। ਅਗਲਾ ਹੈ ਭਿਆਨਕ ਰਸ। ਭਿਆਨਕ ਰਸ ਦਾ ਸਥਾਈ ਭਾਵ ਹੈ ਭੈ। ਕਿਸੇ ਡਰਾਉਣੀ ਚੀਜ਼ ਨੂੰ ਦੇਖਣ ਸੁਣਨ ਕਰਕੇ ਅੰਤਰਮਨ ਜਦੋਂ ਭੈ ਪ੍ਰਬਲ ਰੂਪ ਧਾਰ ਕੇ ਪੁਸ਼ਟ ਹੁੰਦਾ ਹੈ। ਕਿਸੇ ਡਰਾਉਣੀ ਚੀਜ਼ ਨੂੰ ਦੇਖਣ ਸੁਣਨ ਕਰਕੇ ਅੰਤਰਮਨ ਵਿੱਚ ਜਦੋਂ ਭੈ ਪ੍ਰਬਲ ਰੂਪ ਧਾਰ ਕੇ ਪੁਸ਼ਟ ਹੁੰਦਾ ਹੈ, ਤਾਂ ਉਦੋਂ ਭਿਆਨਕ ਰਸ ਦਾ ਪ੍ਰਗਟ ਹੁੰਦਾ ਹੈ ਜਾਂ ਪ੍ਰਗਟਾਵਾ ਹੁੰਦਾ ਹੈ। ਵਿਦਵਾਨਾਂ ਨੇ ਲਿਖਿਆ ਹੈ ਕਿ ਚਿੱਤ ਜਾਂ ਮਨ ਦੀ ਬੇਚੈਨੀ ਤੇ ਵਿਆਕੁਲਤਾ ਤੋਂ ਪੈਦਾ ਹੋਈ ਮਨ ਦੀ ਡਾਵਾਂਡੋਲ ਅਵਸਥਾ ਹੀ ਭੈ ਹੈ। ਸ਼ੇਰ, ਸੱਪ ਆਦਿ ਮਾਰਖੰਡੇ ਜਾਨਵਰ, ਘੋਰ ਜੰਗਲ, ਬੀਆਬਾਨ, ਭੂਤ ਪ੍ਰੇਤ ਦੀ ਕਲਪਨਾ ਤੇ ਸ਼ਮਸ਼ਾਨ ਭੂਮੀ ਅਤੇ ਦੁਸ਼ਮਣਾਂ ਦਾ ਖਿਆਲ ਆਦਿ ਭਿਆਨਕ ਰਸ ਦੇ ਕਾਰਨ ਹਨ। ਇਹਨਾਂ ਕਾਰਨਾਂ ਕਰਕੇ ਡਰੇ ਹੋਏ ਬੰਦੇ ਨੂੰ ਕੰਬਣੀ,
ਮੁੜਕਾ ਰੰਗੋਂ ਬੇਰੰਗ ਹੋਣਾ ਤੇ ਰੌਲਾ ਜਾਂ ਸ਼ੋਰ ਪਾਉਣਾ ਆਦਿ ਕਾਰਜ ਪ੍ਰਭਾਵਿਤ ਕਰਦੇ ਹਨ। ਕਵੀ ਜਾਂ ਨਾਟਕਕਾਰ ਦੀਆਂ ਰਚਨਾਵਾਂ ਵਿੱਚ ਜਦ ਅਜਿਹਾ ਰਸ ਸਮੱਗਰੀ ਦਰਸ਼ਕਾਂ ਜਾਂ ਸਰੋਤਿਆਂ ਦੇ ਸਾਹਮਣੇ ਪੇਸ਼ ਹੁੰਦੀ ਹੈ ਤਾਂ ਇਸ ਡਰਾਉਣੇ ਵਾਯੂਮੰਡਲ ਦੇ ਅਹਿਸਾਸ ਕਰਕੇ ਉਹਨਾਂ ਦੇ ਮਨ ਜਾਂ ਚਿੱਤ ਵਿੱਚ ਭਿਆਨਕ ਰਸ ਦਾ ਸੁਹਜ ਸੁਆਦ ਪੈਦਾ ਹੋ ਜਾਂਦਾ ਹੈ। ਵੱਡੀ ਪਹਾੜ ਜਿਹੀ ਉਹ ਆਫਤ ਸ਼ਕਲ ਡਰਾਵਣ ਵਾਲੀ ਜਾਂ ਉਹ ਆਣ ਇਕੱਠੀ ਹੋਈ ਰਾਤ ਹਨੇਰੀ ਕਾਲੀ, ਸਿਰ ਉਸਦੇ ਦੋ ਸਿੰਘ ਉਤਾਂ ਵਾਂਗ ਦੇ ਦਰਖਤ ਖਜੂਰਾਂ, ਕੋਲੂ ਜਿੱਡਾ ਮੂੰਹ ਤੇ ਉੱਤੇ ਨਾਸਾਂ ਵਾਂਗ ਤਨੂਰਾ। ਇਹ ਸੀ ਆਪਣਾ ਭਿਆਨਕ ਰਸ। ਅਗਲਾ ਹੈ ਅਦਭੁਤ ਰਸ। ਅਗਲਾ ਹੈ ਅਦਭੁਤ ਰਸ। ਅਦਭੁਤ ਰਸ ਦਾ ਸਥਾਈ ਭਾਵ ਹੈ ਅਸਚਰਜਤਾ। ਅਦਭੁਤ ਦਾ ਜਿਹੜਾ ਸਥਾਈ ਭਾਵ ਹੈ ਜੀ ਅਸਚਰਜਤਾ। ਹੈਰਾਨੀ ਜਿਹੜੀ ਗੱਲਬਾਤ ਹੈ ਜਾਂ ਅਨੋਖੀਆਂ ਕਥਾ ਕਹਾਣੀਆਂ, ਵਿਚਿੱਤਰ ਘਟਨਾਵਾਂ ਅਤੇ ਚਕਾਚੌਂਧ ਕਰਦੇ ਨਜ਼ਾਰਿਆਂ ਤੇ ਦ੍ਰਿਸ਼ਾਂ ਨੂੰ ਪੜ੍ਹਨ ਜਾਂ ਸੁਣਨ ਕਰਕੇ ਪਾਠਕਾਂ ਜਾਂ ਦਰਸ਼ਕਾਂ ਦੇ ਮਨ ਵਿੱਚ ਜਦੋਂ ਅਸਚਰਜ ਭਾਵ ਪ੍ਰਬਲ ਹੁੰਦਾ ਹੈ ਤਾਂ ਉਦੋਂ ਅਦਭੁਤ ਰਸ ਦਾ ਅਨੁਭਵ ਹੁੰਦਾ ਹੈ। ਗੁਰਬਾਣੀ ਵਿੱਚ ਇਸ ਨੂੰ ਵਿਸਮਾਦ ਨਾਂ ਦਿੱਤਾ ਗਿਆ ਹੈ। ਹੈਰਾਨੀ ਤੇ ਖੁਸ਼ੀ ਦਾ ਮਿਲਵਾ ਪ੍ਰਭਾਵ ਅਦਭੁਤ ਪ੍ਰਭਾਵ ਪੈਦਾ ਕਰਦਾ ਹੈ। ਜਿਵੇਂ ਕਬੀਰ ਐਸਾ ਕੋਈ ਨ ਜਨਮਿਓ ਆਪਣੇ ਘਰ ਲਾਵੇ ਅੱਗ, ਪਾਂਚ ਉਲਰੀਕਾ ਜਾਰਿ ਕੈ ਰਹੇ ਰਾਮ ਲਿਵ ਲਾਗ। ਦੂਜਾ ਉਦਾਹਰਨ ਹੈ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਅਗਲਾ ਹੈ ਜੀ ਆਪਣਾ 8ਵਾਂ ਬਿਭਤਸ ਰਸ। ਬਿਭਤਸ ਰਸ ਦਾ ਸਥਾਈ ਭਾਵ ਹੈ ਸੂਗ ਜਾਂ ਘ੍ਰਿਣਾ। ਸੂਗ ਆਉਣੀ ਜਾਂ ਘ੍ਰਿਣਾ ਆਉਣੀ, ਘਿਣਾ ਆਉਣੀ। ਘ੍ਰਿਣਾ ਕਿਵੇਂ ਆਊਗੀ, ਕਿੱਥੋਂ ਆਉਂਦੀ ਹੈ? ਮ੍ਰਿਤਕ ਲੋਥ ਚਰਬੀ, ਸੜਾਂਦ, ਹਵਾੜ, ਮਲ ਮੂਤਰ, ਹੱਡਾ ਰੋੜੀ 'ਚੋਂ ਘਿਣਾਉਣੀਆਂ ਚੀਜ਼ਾਂ ਅਤੇ ਘਿਣਾਜਨਕ ਕੁਕਰਮਾਂ ਦੇ ਕਾਵਗਤ ਵਰਣਨ ਜਾਂ ਨਾਟਕੀ ਪੇਸ਼ਕਾਰੀ ਤੋਂ ਪਾਠਕਾਂ ਦੇ ਹਿਰਦੇ ਵਿੱਚ ਗਿਲਾਨੀ ਪੈਦਾ ਹੁੰਦੀ ਹੈ। ਉਹਨਾਂ ਤੋਂ ਘਿਰਣਾ ਤੇ ਸੂਗ ਦਾ ਸਥਾਈ ਭਾਵ ਉਸਰਦਾ ਹੈ। ਬਿਭਤਸ ਦਾ ਮਤਲਬ ਕੀ ਹੈ? ਸਥਾਈ ਭਾਵ ਇਹਦਾ ਅਰਥ ਕੀ ਹੈ? ਵੀ ਆਪਾਂ ਨੂੰ ਸੂਗ ਆਉਣੀ, ਘ੍ਰਿਣਾ ਆਉਣੀ। ਘ੍ਰਿਣਾ ਕਿੱਥੋਂ ਆ ਸਕਦੀ ਹੈ? ਉਹਨਾਂ ਵਿਸ਼ਿਆਂ ਦੇ ਨਾਂ ਦੱਸ ਦਿੱਤੇ ਹਨ ਅਤੇ ਇਹ ਪਾਠਕਾਂ ਦੇ ਮਨ ਦੇ ਵਿੱਚ ਪੈਦਾ ਕਰਨੇ ਭਾਵ ਤਾਂ ਆਪਾਂ ਨੂੰ ਕੀ ਕਹਾਂਗੇ? ਬਿਭਤਸ ਰਸ ਕਹਾਂਗੇ। ਘ੍ਰਿਣਾ ਸਿਰਫ ਸਰੀਰਕ ਜਾਂ ਭੌਤਿਕ ਨਹੀਂ ਹੁੰਦੀ, ਸਗੋਂ ਮਾਨਸਿਕ ਵਧੇਰੇ ਪ੍ਰਬਲ ਹੁੰਦੀ ਹੈ। ਰਤ ਲਹੂ ਅਤੇ ਮਾਸ ਮੇਜ ਦੀ ਸਿੱਧੀ ਬਿਆਨਬਾਜ਼ੀ ਹੀ ਬਿਭਤਸ ਰਸ ਦੀ ਇੱਕੋ ਇੱਕ ਸਮੱਗਰੀ ਨਹੀਂ, ਸਗੋਂ ਵਿਭਚਾਰ, ਦੁਰਾਚਾਰ ਤੇ ਭ੍ਰਿਸ਼ਟਾਚਾਰ ਵਾਲੀਆਂ ਵਸਤੂਆਂ ਤੇ ਘਟਨਾਵਾਂ ਦੀ ਕੋਰੀ ਕਲਪਨਾ ਬਿਭਤਸ ਰਸ ਦਾ ਸੰਚਾਰ ਕਰਦੀ ਹੈ। ਪੰਜਾਬੀ ਸਾਹਿਤ ਵਿੱਚ
ਕਰਤਾਰ ਸਿੰਘ ਦੁੱਗਲ ਦਾ ਨਾਵਲ ਆਂਦਰਾਂ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਕੀੜੇ ਪੀਬਤਸ ਰਸ ਦੀਆਂ ਉਦਾਹਰਨ ਹਨ। ਮਾਸਾਂ ਨੂੰ ਮਰੁੰਡੇ, ਹੱਡਾਂ ਨੂੰ ਤਰੁੰਡੇ, ਚਮੜੀ ਨੂੰ ਨੋਚਦੇ, ਆਂਦਰਾਂ ਨੂੰ ਪਰੋਚਦੇ, ਲਹੂ ਲਹੂ ਪੀਂਦੇ, ਮਾਸ ਨੂੰ ਪਰੋਂਦੇ, ਮਿੱਟੀ ਨੂੰ ਖਾਂਦੇ ਤੇ ਮਿੱਟੀ 'ਚੋਂ ਸੌਂਦੇ। ਇਹ ਸੀ ਪਹਿਲਾ ਉਦਾਹਰਨ। ਦੂਜਾ ਹੈ ਕੱਠਾਂ ਦੀ ਕੀ ਗੱਲ ਹਿਲਾਵਾਂ, ਭਰੀ ਹੋਈ ਬਦਬੋਈ, ਡੰਗਰ ਜਿਵੇਂ ਤੱਕਣ ਜੂਹੇ, ਨੱਕ ਨਾ ਭਰਦਾ ਕੋਈ। ਲਾਸਟ 9ਵਾਂ ਆਪਣਾ ਰਸ ਹੈ ਜੀ ਸ਼ਾਂਤ ਰਸ। ਰਸ ਸਿਧਾਂਤ ਦੇ ਬਾਨੀ ਆਚਾਰਿਆ ਭਰਤ ਮੁਨੀ ਨੇ ਸ਼ਾਂਤ ਰਸ ਨੂੰ ਰਸਾਂ ਦੀ ਲੜੀ ਵਿੱਚ ਨਹੀਂ ਗਿਣਿਆ ਸੀ, ਪਰ ਮਗਰਲੇ ਵਿਦਵਾਨ ਜਿਹੜੇ ਆਲੋਚਕਾਂ ਨੇ ਸ਼ਾਂਤ ਰਸ ਨੂੰ ਪੂਰੀ ਤਰ੍ਹਾਂ ਮਾਨਤਾ ਪ੍ਰਦਾਨ ਕੀਤੀ ਹੈ ਤੇ ਸ਼ਾਂਤ ਰਸ ਦਾ ਸਥਾਈ ਭਾਵ ਗਿਆਨ ਤੇ ਵੈਰਾਗ ਮੰਨੇ ਜਾਂਦੇ ਹਨ ਅਤੇ ਸ਼ਾਂਤ ਰਸ ਅਭਿਵਿਅਕਤੀ ਹੁੰਦਾ ਹੈ। ਸੰਸਾਰਿਕ ਜੀਵਨ, ਮਨੁੱਖੀ ਸਰੀਰ, ਮੌਤ ਤੇ ਸੰਸਾਰ ਬਾਰੇ ਕਈ ਪ੍ਰਕਾਰ ਦੇ ਪ੍ਰਸ਼ਨ ਦੇ ਉੱਤਰ ਭਾਲਦਿਆਂ ਸੰਵੇਦਨਸ਼ੀਲ ਮਨੁੱਖ ਨੂੰ ਜਦੋਂ ਇਹ ਲੱਗਦਾ ਹੈ ਕਿ ਸਭ ਇੱਕ ਦਿਨ ਅਲੋਪ ਹੋ ਜਾਣਾ ਹੈ ਤਾਂ ਉਸ ਦੇ ਦਿਲ ਵਿੱਚ ਨਾਸ਼ਵਾਨ ਸੰਸਾਰ ਵੱਲੋਂ ਵੈਰਾਗ ਪੈਦਾ ਹੁੰਦਾ ਹੈ। ਅਜਿਹੀ ਅਵਸਥਾ 'ਤੇ ਪਹੁੰਚ ਕੇ ਮਨੁੱਖ ਬੰਧਨ ਮੁਕਤ ਹੋ ਕੇ ਵੈਰਾਗ ਦੀ ਭਾਵਨਾ ਵਿੱਚ ਸ਼ਾਂਤ ਚਿੱਤ ਤੁਰਦਾ ਹੈ। ਇਸ ਤਰ੍ਹਾਂ ਦੀ ਸੋਚ ਹੀ ਵੈਰਾਗ ਦੀ ਪ੍ਰੇਰਨਾ ਤੇ ਸਮੱਗਰੀ ਹੈ। ਕੁਦਰਤ ਦੇ ਅਜਿਹੇ ਵਿਸਮਾਦਕ ਦ੍ਰਿਸ਼ ਦਾ ਵਰਣਨ ਸ਼ਾਂਤ ਰਸ 'ਚ ਮਿਲਦਾ ਹੈ। ਆਧੁਨਿਕ ਪੰਜਾਬੀ ਸਾਹਿਤ ਵਿੱਚ ਭਾਈ ਵੀਰ ਸਿੰਘ, ਪੂਰਨ ਸਿੰਘ ਅਤੇ ਜਸਵੰਤ ਸਿੰਘ ਨੇਕੀ ਦੀਆਂ ਕਵਿਤਾਵਾਂ ਵਿੱਚ ਸ਼ਾਂਤ ਰਸ ਦੇਖਣ ਨੂੰ ਮਿਲਦਾ ਹੈ। ਗੁਰਮੀਤ ਸਾਹਿਤ ਵਿੱਚ ਵੱਡੇ ਪੱਧਰ 'ਤੇ ਇਸ ਰਸ ਦੀ ਪ੍ਰਧਾਨਤਾ ਹੈ ਕਿ ਜਪਜੀ ਸਾਹਿਬ ਵਿੱਚੋਂ ਉਦਾਹਰਨ ਇਸ ਤਰ੍ਹਾਂ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। ਇਹ ਸੀ ਆਪਣਾ ਉਦਾਹਰਨ ਸ਼ਾਂਤ ਰਸ ਦਾ ਜਪਜੀ ਸਾਹਿਬ ਵਿੱਚੋਂ। ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ। ਇਹ ਸੀ ਆਪਣੇ ਰਸ ਜਿਹਦੇ 9 ਰੂਪ ਸਨ, ਜਿਨ੍ਹਾਂ ਨੂੰ ਆਪਾਂ ਇੱਕ ਇੱਕ ਕਰਕੇ ਹੱਲ ਕਰ ਲਿਆ ਹੈ। ਕੁੱਲ ਆਪਣੇ ਇਹ 9 ਰਸ ਸਨ। ਪਹਿਲਾ ਸੀ ਸ਼ਿੰਗਾਰ ਰਸ, ਫਿਰ ਸੀ ਵੀਰ ਰਸ, ਕਰੁਣਾ ਰਸ, ਰੁਦਰ ਰਸ, ਅਦਭੁਤ ਰਸ, ਬਿਭਤਸ ਰਸ, ਭਿਆਨਕ ਰਸ, ਹਾਸ ਰਸ ਤੇ ਸ਼ਾਂਤ ਰਸ। ਇਹ ਸੀ ਆਪਣੇ 9 ਰਸ ਪੰਜਾਬੀ ਸਾਹਿਤ ਦੇ। ਇਹ ਆਪਣੇ 9 ਰਸ ਪੂਰੇ ਹੋ ਗਏ ਹਨ। ਹੁਣ ਆਪਾਂ ਅਗਲਾ ਨਵਾਂ ਵਿਸ਼ਾ ਲੈ ਕੇ ਨਵੀਂ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ। ਆਪਣਾ ਨਵਾਂ ਬਿੰਦੂ ਹੈ ਜੀ ਪੰਜਾਬੀ ਆਧੁਨਿਕ ਕਾਲ ਦਾ ਇਤਿਹਾਸ ਹੈ, ਜਿਹੜਾ ਆਪਾਂ ਪੰਜਾਬੀ ਸਾਹਿਤ ਦਾ ਸੰਖੇਪ ਵਿੱਚ ਆਧੁਨਿਕ ਕਾਲ ਦਾ ਇਤਿਹਾਸ, ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਹੁਣ ਆਪਣੇ ਸਾਹਿਤ ਰੂਪ ਦੇ ਵਿੱਚੋਂ ਆਪਣੇ 2 ਭਾਗ ਹੋ ਗਏ ਹਨ। ਪਹਿਲਾ ਸੀਗਾ ਸਾਹਿਤ ਰੂਪ ਦੀ ਜਿਹੜੀ ਕਵਿਤਾ, ਗੀਤ, ਗਜ਼ਲ, ਇਕਾਂਗੀ, ਨਾਟਕ, ਨਿੱਕੀ ਕਹਾਣੀ ਤੇ ਰੇਖਾ ਚਿੱਤਰ, ਤੇ ਉਸ ਤੋਂ ਬਾਅਦ ਹੈ ਜੀ ਆਪਣਾ ਰਸ
ਜਿਹੜਾ ਅੱਜ ਆਪਣਾ ਨਵਾਂ ਬਿੰਦੂ ਚੱਲਿਆ ਸੀ। ਅਤੇ ਹੁਣ ਹੈ ਇਸ ਤੋਂ ਬਾਅਦ ਆਪਣਾ ਪੰਜਾਬੀ ਸਾਹਿਤ ਦਾ ਸੰਖੇਪ ਇਤਿਹਾਸ। ਤੁਸੀਂ ਇਹਨਾਂ ਨੂੰ ਆਪਣੀ ਬੁੱਕ ਦੇ ਵਿੱਚ, ਆਪਣੀ ਕਾਪੀ ਦੇ ਵਿੱਚ, ਨੋਟਬੁੱਕ ਨੂੰ ਤੁਸੀਂ 2-3 ਹਿੱਸਿਆਂ 'ਚ ਡਿਵਾਈਡ ਕਰ ਲੈਣਾ। ਜਿਵੇਂ ਆਪਣਾ ਸਾਹਿਤ ਦੇ ਰੂਪ ਪੂਰੇ ਹੋ ਗਏ ਹੈ ਤਾਂ ਤੁਸੀਂ ਉਹਦੇ ਨਾਲ ਹੀ ਇਹ ਜਿਹੜੇ ਰਸ ਆਪਾਂ ਕੀਤੇ ਹਨ ਉਹ ਕਰ ਸਕਦੇ ਹੋ। ਹੁਣ ਆਪਣੇ ਰਸ ਵੀ ਨਾਲ ਪੂਰੇ ਹੋ ਗਏ ਤਾਂ ਇਹਨਾਂ ਰਸਾਂ ਦੇ ਨਾਲ ਆਪਣਾ ਜਿਹੜਾ ਤੀਜਾ ਬਿੰਦੂ ਚੱਲੂਗਾ ਪੰਜਾਬੀ ਸਾਹਿਤ ਦਾ ਸੰਖੇਪ ਦੇ ਵਿੱਚ ਇਤਿਹਾਸ। ਨਾਲ ਤਿੰਨੋਂ ਜਿਹੜੇ ਟੌਪਿਕ ਹੈ ਤੁਸੀਂ ਕਰ ਸਕਦੇ ਹੋ। ਤਾਂ ਆਪਣੇ ਪਹਿਲਾਂ 12 ਲੈਸਨ ਹੋ ਗਏ, ਫਿਰ ਆਪਣੇ ਸਾਹਿਤ ਰੂਪ ਅਤੇ ਰਸ, ਪੰਜਾਬੀ ਸਾਹਿਤ ਦਾ ਸੰਖੇਪ 'ਚ ਇਤਿਹਾਸ ਕਰਾਂਗੇ। ਇਸ ਲਈ ਵੀਡੀਓ ਵੇਖਣ ਲਈ ਚੈਨਲ ਨਾਲ ਜੁੜੇ ਰਹੋ। ਜੇਕਰ ਤੁਸੀਂ ਚੈਨਲ ਨਾਲ ਨਹੀਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹੋਰ ਨਵੀਆਂ ਵੀਡੀਓ, ਤੁਹਾਡਾ ਸਿਲੇਬਸ ਤੁਹਾਨੂੰ ਸਮੇਂ ਸਿਰ ਮਿਲ ਸਕੇ ਅਤੇ ਤੁਸੀਂ ਆਪਣਾ ਜਿਹੜਾ ਸਿਲੇਬਸ ਹੈ ਉਹਨੂੰ ਸਮੇਂ ਸਿਰ ਪੂਰਾ ਕਰ ਸਕੋ। ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਲਾਈਕ ਕਰੋ, ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।